ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ 'ਤੇ। ਅੱਜ ਅਸੀਂ NP 1984 ਦੀ ਪਾਲਿਸੀ ਨੂੰ ਕੰਟੀਨਿਊ ਕਰਨ ਜਾ ਰਹੇ ਹਾਂਗੇ। ਕੱਲ ਵਾਲੀ ਵੀਡੀਓ ਦੇ ਵਿੱਚ ਆਪਾਂ ਇਸ ਦੀ 6 ਤੋਂ 7 ਪਾਰਟ ਕਵਰ ਕਰ ਰਹੇ ਸੀ, ਬਾਕੀ ਆਪਾਂ ਅੱਜ ਵਾਲੀ ਵੀਡੀਓ ਵਿੱਚ ਕਵਰ ਕਰਾਂਗੇ। NP 1984 ਦੀ ਨੈਕਸਟ ਰਿਕਮੈਂਡੇਸ਼ਨ ਆ ਜਾਂਦੀ ਹੈ ਐਜੂਕੇਸ਼ਨ ਫॉर ਵਿਮਨਸ ਇਕੁਐਲਿਟੀ। They emphasized the need for universalization of the elementary education for girls। 1984 ਦੇ ਵਿੱਚ ਜੋ ਵਿਮਨਸ ਦੀ ਐਜੂਕੇਸ਼ਨ ਦੀ ਦਿਸ਼ਾ ਸੀਗੀ ਉਹ ਇੰਨੀ ਜ਼ਿਆਦਾ ਵਧੀਆ ਨਹੀਂ ਸੀਗੀ, ਉਹਨਾਂ ਨੂੰ ਜ਼ਿਆਦਾ ਪੜ੍ਹਾਇਆ ਨਹੀਂ ਜਾ ਰਿਹਾ ਸੀਗਾ। ਗਰਲਸ ਉਸ ਟਾਈਮ 'ਤੇ ਇੰਨੀਆਂ ਇੰਪਾਵਰ ਨਹੀਂ ਸਨ, ਤਾਂ ਉਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ NP 1984 ਵੱਲੋਂ ਰਿਕਮੈਂਡੇਸ਼ਨ ਦਿੱਤੀ ਗਈ ਕਿ ਵੂਮਨਸ ਦੀ ਐਜੂਕੇਸ਼ਨ 'ਤੇ ਸਪੈਸ਼ਲੀ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਨੂੰ ਵੋਕੇਸ਼ਨਲ, ਟੈਕਨੀਕਲ ਅਤੇ ਪ੍ਰੋਫੈਸ਼ਨਲ ਐਜੂਕੇਸ਼ਨ ਦੇਣੀ ਚਾਹੀਦੀ ਹੈ। ਉਹਨਾਂ ਨੂੰ ਈਜ਼ਲੀ ਅਸੈਸ ਹੋਣੀ ਚਾਹੀਦੀ ਹੈ ਐਜੂਕੇਸ਼ਨ, ਤਾਂ ਕਿ ਉਹ ਆਪਣੇ ਏਰੀਏ ਦੇ ਵਿੱਚ ਐਜੂਕੇਸ਼ਨ ਨੂੰ ਅਚੀਵ ਕਰ ਸਕਣ। ਅਤੇ ਇਸ ਚੀਜ਼ ਦੇ ਲਈ ਸਪੈਸ਼ਲ ਓਰੀਐਂਟੇਸ਼ਨ ਪ੍ਰੋਗਰਾਮਸ ਵੀ ਲਗਾਏ ਜਾਣੇ ਚਾਹੀਦੇ ਆ ਅਤੇ ਉਹਨਾਂ ਦੇ ਟਿਊਟਰਸ ਵਿਮਨਸ ਹੀ ਹੋਣੇ ਚਾਹੀਦੇ ਆ, ਤਾਂ ਕਿ ਉਹ ਕੰਫਰਟੇਬਲ ਫੀਲ ਕਰਨ ਪੜ੍ਹਾਈ ਦੇ ਵਿੱਚ ਅਤੇ ਉੱਥੇ ਆ ਕੇ ਸਿੱਖਣ ਦੇ ਵਿੱਚ। ਨੈਕਸਟ ਰਿਕਮੈਂਡੇਸ਼ਨ ਆ ਗਈ ਐਲੀਮੈਂਟਰੀ ਐਜੂਕੇਸ਼ਨ, ਜਿਹਦੇ 'ਚ ਨੋਨ ਫਾਰਮਲ ਅਤੇ ਓਪਰੇਸ਼ਨਲ ਬਲੈਕ ਬੋਰਡ ਆ ਗਏ। ਨੋਨ ਫਾਰਮਲ ਐਜੂਕੇਸ਼ਨ ਹੋ ਗਈ ਜੋ ਆਪਾਂ ਕਿਸੇ ਫਾਰਮਲ ਸੰਸਥਾ ਤੋਂ ਇਲਾਵਾ ਕਿਤੋਂ ਗ੍ਰਹਿਣ ਕਰ ਦਿਆਂਗੇ। ਤਾਂ ਜਿਹੜੇ ਬੱਚੇ ਉਸ ਟਾਈਮ 'ਤੇ ਸਕੂਲ ਛੱਡ ਚੁੱਕੇ ਸੀ, ਉਹਨਾਂ ਦੀ ਦੁਬਾਰਾ ਰੀਐਡਮਿਸ਼ਨ ਨਹੀਂ ਹੋ ਸਕਦੀ ਸੀ ਕਿਸੇ ਵੀ ਕਾਰਨਾਂ ਕਰਕੇ, ਤਾਂ ਨੋਨ ਫਾਰਮਲ ਐਜੂਕੇਸ਼ਨ ਉਹਨਾਂ ਲਈ ਸੀ। ਉਹਨਾਂ ਨੂੰ ਕਿਤੇ ਅਲੱਗ ਕਿਸੇ ਸੁਵਿਧਾ ਦੇ ਥਰੂ ਪੜ੍ਹਾਉਣਾ ਚਾਹੀਦਾ ਹੈ। ਅਤੇ ਓਪਰੇਸ਼ਨ ਬਲੈਕ ਬੋਰਡ ਕੀ ਸੀਗਾ, ਇਹ ਵੈਸੇ 1992 ਦੀ ਪਾਲਿਸੀ ਦੀ ਮੇਨ ਰਿਕਮੈਂਡੇਸ਼ਨ ਸੀਗੀ। ਇਹਦੇ ਵਿੱਚ ਕੀ ਸੀ ਕਿ ਹਰ ਇੱਕ ਸਕੂਲ ਦੇ ਵਿੱਚ 2 ਰੂਮਸ ਹੋਣੇ ਚਾਹੀਦੇ ਆ, ਉਹਦੇ 'ਚ ਪ੍ਰੋਪਰ ਪਲੇ ਲਈ, ਬੱਚਿਆਂ ਦੇ ਪਲੇ ਲਈ ਖੇਡਾਂ ਹੋਣੀਆਂ ਚਾਹੀਦੀਆਂ ਨੇਗੀਆਂ, ਇੱਕ ਬਲੈਕ ਬੋਰਡ ਹੋਣਾ ਚਾਹੀਦਾ ਹੈਗਾ। ਅਤੇ ਉਹ ਰੂਮਸ ਨੇ ਜਿਹੜੇ ਕਿਸੇ ਵੀ ਵੈਦਰ ਦੇ ਵਿੱਚ, ਜੇ ਕੋਈ ਮੀਂਹ ਕਣੀ ਵੀ ਆ ਰਹੀ ਹੈ ਤਾਂ ਉਸ ਵੈਦਰ ਦੇ ਵਿੱਚ ਵੀ ਉਹ ਕੰਫਰਟੇਬਲ ਹੋਣੇ ਚਾਹੀਦੇ ਨੇ, ਤਾਂ ਕਿ ਬੱਚਿਆਂ ਨੂੰ ਉੱਥੇ ਪੜ੍ਹਾਇਆ ਜਾ ਸਕੇ। ਕਿਉਂਕਿ 1984 ਦੇ ਵਿੱਚ ਮੋਸਟਲੀ ਸਕੂਲਾਂ ਦੇ ਵਿੱਚ ਸੀਗਾ ਜਿਹੜਾ ਬੱਚਿਆਂ ਨੂੰ ਬਾਹਰ ਗਰਾਊਂਡ ਦੇ ਵਿੱਚ ਹੀ ਪੜ੍ਹਾਇਆ ਜਾਂਦਾ ਸੀ, ਤਾਂ ਉਸ ਚੀਜ਼ ਨੂੰ ਧਿਆਨ 'ਚ ਰੱਖ ਕੇ ਓਪਰੇਸ਼ਨ ਬਲੈਕ ਬੋਰਡ ਦੀ ਜਿਹੜੀ ਰਿਕਮੈਂਡੇਸ਼ਨ ਹੈ ਦਿੱਤੀ ਗਈ ਸੀ। ਜੋ ਓਪਰੇਸ਼ਨ ਬਲੈਕ ਬੋਰਡ ਸੀ ਉਹਦੇ 'ਚ ਇਹ ਚੀਜ਼ਾਂ ਸੀ: 2 ਰੀਜ਼ਨੇਬਲੀ ਲਾਰਜ ਰੂਮਸ, ਨੈਸੈਸਰੀ ਟੋਇਜ਼ ਐਂਡ ਗੇਮਸ, ਬਲੈਕ ਬੋਰਡਸ, ਮੈਪਸ, ਚਾਰਟਸ ਐਂਡ ਅਦਰ ਲਰਨਿੰਗ ਮਟੀਰੀਅਲਸ। ਉਸ ਤੋਂ ਬਾਅਦ ਆ ਗਈ ਸੈਕੰਡਰੀ ਐਜੂਕੇਸ਼ਨ। ਇਹ ਵੀ ਇੱਕ ਇੰਪੋਰਟੈਂਟ ਲੈਵਲ ਹੈ ਐਜੂਕੇਸ਼ਨ ਦਾ, ਸੈਕੰਡਰੀ ਐਜੂਕੇਸ਼ਨ ਅਤੇ ਹਾਇਰ ਐਜੂਕੇਸ਼ਨ। ਇਸ ਚੀਜ਼ ਦੇ ਵਿੱਚ ਵੀ ਉਹਨਾਂ ਨੇ ਵੋਕੇਸ਼ਨਲਾਈਜੇਸ਼ਨ ਦੀ ਹੀ ਗੱਲ ਕਰੀ, ਕਿਉਂਕਿ ਸੈਕੰਡਰੀ ਐਜੂਕੇਸ਼ਨ ਤੋਂ ਬਾਅਦ ਬੱਚੇ ਨੇ ਉਹ ਸਟਰੀਮ ਚੂਜ਼ ਕਰਨੀ ਹੁੰਦੀ ਹੈ ਜੋ ਉਹਦਾ ਵੋਕੇਸ਼ਨ ਡਿਸਾਈਡ ਕਰੂਗੀ। ਤਾਂ ਪਹਿਲਾਂ ਹੀ ਬੱਚਿਆਂ ਨੂੰ ਉਹਨਾਂ ਦੇ ਵੋਕੇਸ਼ਨ ਜੋ ਜਿਸ ਤਰ੍ਹਾਂ ਦਾ ਉਹਨਾਂ ਦਾ ਇੰਟਰਸਟ ਹੈ ਉਸ ਚੀਜ਼ ਦੀ ਟ੍ਰੇਨਿੰਗ ਦੇਣੀ ਚਾਹੀਦੀ ਹੈ। ਲਾਇਬ੍ਰੇਰੀਜ਼, ਲੈਬੋਰਟਰੀਜ਼, ਪਲੇਗਰਾਊਂਡਸ ਉਹਨਾਂ ਦੀ ਫਿਜ਼ੀਕਲ ਗਰੋਥ ਦੇ ਲਈ ਸਕੂਲਾਂ ਦੇ ਵਿੱਚ ਹੋਣੇ ਚਾਹੀਦੇ ਨੇ ਅਤੇ ਵੈਲ ਮੇਨਟੇਨਡ ਹੋਣੇ ਚਾਹੀਦੇ ਨੇਗੇ। ਅਤੇ ਜਿਹੜਾ ਆਪਣਾ ਨਵਾਂ ਐਜੂਕੇਸ਼ਨ ਸਿਸਟਮ ਹੈ, ਕਰੀਕੂਲਮ ਵੀ ਉਹਦੇ ਅਕੋਰਡਿੰਗ ਮੋਡੀਫਾਈਡ ਹੋਣਾ ਚਾਹੀਦਾ ਹੈਗਾ। ਉਸ ਤੋਂ ਬਾਅਦ ਨੈਕਸਟ ਰਿਕਮੈਂਡੇਸ਼ਨ ਹੈ ਨਵੋਦਿਆ ਵਿਦਿਆਲਿਆਸ, ਜਿਹੜੇ ਕਿ ਨਵੋਦਿਆ ਵਿਦਿਆਲਿਆਸ ਦੀ ਸਕੀਮ ਜਿਹੜੀ ਆਪਾਂ ਅੱਜ ਕੱਲ੍ਹ ਸਕੂਲ ਸੁਣਦੇ ਹਾਂ, ਇਹ 1984 ਦੀ ਪਾਲਿਸੀ ਦੇ ਅੰਡਰ ਆਏ ਸੀਗੇ। ਨਿਊ ਨਵੋਦਿਆ ਵਿਦਿਆਲਿਆਸ ਸ਼ੁੱਡ ਬੀ ਸੈਟਅਪ ਇਨ ਐਵਰੀ ਡਿਸਟ੍ਰਿਕਟ, ਅਤੇ 75% ਰਿਜ਼ਰਵੇਸ਼ਨ ਸੀ ਇਹਦੇ ਵਿੱਚ ਰੂਰਲ ਏਰੀਆਜ਼ ਦੇ ਬੱਚਿਆਂ ਦੇ ਲਈ, ਕਿਉਂਕਿ ਰੂਰਲ ਏਰੀਆਜ਼ ਦੇ ਬੱਚੇ ਉਸ ਟਾਈਮ 'ਤੇ ਐਜੂਕੇਸ਼ਨ ਨੂੰ ਅਸੈਸ ਕਰਨ ਦੇ ਵਿੱਚ ਪ੍ਰੋਬਲਮ ਫੇਸ ਕਰ ਰਹੇ ਸੀਗੇ, ਤਾਂ ਕਰਕੇ ਇਹ ਇੱਕ ਇਨੀਸ਼ੀਏਟਿਵ ਲਿਆ ਗਿਆ ਸੀ ਗਵਰਨਮੈਂਟ ਵੱਲੋਂ। ਅਤੇ SC ਅਤੇ ST ਸਟੂਡੈਂਟਸ ਦੇ ਲਈ ਵੀ ਰਿਜ਼ਰਵੇਸ਼ਨ ਸੀਗੀ, ਅਤੇ ਜਿਹੜੇ ਸਕੂਲ ਸੀਗੇ ਇਹ CBSE ਵੱਲੋਂ ਐਫੀਲੀਏਟਡ ਸੀਗੇ। ਨੈਕਸਟ ਆ ਗਿਆ ਵੋਕੇਸ਼ਨਲਾਈਜੇਸ਼ਨ। ਆਪਾਂ ਪਹਿਲਾਂ ਵੀ ਜਿਵੇਂ ਗੱਲ ਕੀਤੀ ਹੈਗੀ, ਹਰ ਇੱਕ ਫੀਲਡ ਦੇ ਵਿੱਚ ਚਾਹੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਿੱਖਿਆ ਦੇ ਰਹੇ ਹੋ, ਵੋਕੇਸ਼ਨਲਾਈਜੇਸ਼ਨ ਦਾ ਕੋਰਸ ਹੋਣਾ, ਟ੍ਰੇਨਿੰਗ ਹੋਣੀ ਬਹੁਤ ਜ਼ਰੂਰੀ ਹੈ। Only about 2.5% of students' population entering higher secondary stage is covered by vocationalization, so far has been stated by NCERT in the year 1976. NCERT ਦੇ ਅਕੋਰਡਿੰਗ 1976 ਦੇ ਵਿੱਚ ਸਿਰਫ 2.5% ਸਟੂਡੈਂਟਸ ਦੀ ਪਾਪੂਲੇਸ਼ਨ ਸੀ ਜਿਹੜੀ ਹਾਇਰ ਸੈਕੰਡਰੀ ਸਟੇਜ 'ਤੇ ਮਤਲਬ
ਹਾਇਰ ਸੈਕੰਡਰੀ ਸਟੇਜ ਦੇ ਵਿੱਚ ਐਂਟਰ ਕਰ ਰਹੀ ਸੀਗੀ ਉਹ ਵੋਕੇਸ਼ਨਲਾਈਜੇਸ਼ਨ ਦੀ ਨੌਲੇਜ ਰੱਖਦੀ ਸੀਗੀ। ਅਤੇ ਜੇ ਆਪਾਂ ਕਰੰਟ ਇਨਟੇਕ ਦੀ ਗੱਲ ਕਰੀਏ ਤਾਂ ਸਿਰਫ 72,000 ਸਟੂਡੈਂਟਸ ਨੇਗੇ। ਤਾਂ ਉਸ ਟਾਈਮ 'ਤੇ ਵੋਕੇਸ਼ਨਲਾਈਜੇਸ਼ਨ 'ਤੇ ਸਟਰੈਸ ਦਿੱਤਾ ਗਿਆ ਅਤੇ ਉਹਦੇ ਕਾਰਨ ਵੀ ਦਿੱਤੇ ਗਏ ਕਿ ਉਹ ਸਕਸੈਸ ਕਿਉਂ ਨਹੀਂ ਹੋ ਰਹੀ। ਇੱਕ ਤਾਂ ਪੂਅਰ ਮੈਨੇਜਮੈਂਟ ਹੈ, ਕੋਈ ਪ੍ਰੋਪਰ ਸ਼ਡਿਊਲ ਨਹੀਂ ਸੀਗਾ, ਫੰਡਿੰਗ ਨਹੀਂ ਸੀਗੀ, ਸਪੋਰਟ ਸਿਸਟਮ ਨਹੀਂ ਵਧੀਆ ਸੀਗਾ, ਕਿਤੇ ਨਾ ਕਿਤੇ ਗਾਈਡੈਂਸ ਐਂਡ ਕਾਉਂਸਲਿੰਗ 'ਚ ਵੀ ਕਮੀ ਸੀਗੀ। ਅਤੇ ਉਸ ਤੋਂ ਬਾਅਦ ਜੋ ਮੇਨ ਇਨੀਸ਼ੀਏਟਿਵ ਲਿਆ ਗਿਆ ਵੋਕੇਸ਼ਨਲਾਈਜੇਸ਼ਨ ਦੇ ਲਈ ਉਹ ਸੀਗਾ ਕਿ ਇੰਡਸਟਰੀਜ਼ ਨੂੰ ਐਜੂਕੇਸ਼ਨ ਨਾਲ ਕੀ ਕਰ ਦਿੱਤਾ ਗਿਆ, ਲਿੰਕ ਕਰ ਦਿੱਤਾ ਗਿਆ। ਜਿਵੇਂ ਕਿ ਬੱਚਿਆਂ ਨੂੰ 4 ਮਹੀਨੇ ਦੀ ਟ੍ਰੇਨਿੰਗ ਦੇ ਲਈ ਭੇਜਿਆ ਜਾਂਦਾ ਹੈ ਇੰਡਸਟਰੀਜ਼ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀ ਫੀਲਡਸ ਦੇ ਅਕੋਰਡਿੰਗ। ਉਹ ਇਸੇ ਚੀਜ਼ ਲਈ ਕੀਤਾ ਗਿਆ ਤਾਂ ਕਿ ਬੱਚਿਆਂ ਨੂੰ ਆਪਣੇ ਵੋਕੇਸ਼ਨ ਬਾਰੇ ਨੌਲੇਜ ਹੋਵੇ, ਉਹਨਾਂ ਦੀ ਸਕਿੱਲ ਐਨਹਾਂਸ ਹੋਵੇ। ਉਸ ਤੋਂ ਬਾਅਦ ਆ ਗਿਆ ਹਾਇਰ ਐਜੂਕੇਸ਼ਨ। ਹਾਇਰ ਐਜੂਕੇਸ਼ਨ ਜਿਹੜੀ ਐਜੂਕੇਸ਼ਨ ਸਿਸਟਮ ਆ ਗਿਆ ਇਹ ਸਭ ਤੋਂ ਮਤਲਬ ਹਾਈਐਸਟ ਲੈਵਲ ਆ ਗਿਆ ਅਤੇ ਇਹ ਸਭ ਤੋਂ ਅਨਈਵਨ ਹੈ ਆਪਣੀ ਕੰਟਰੀ ਦੇ ਵਿੱਚ। ਅਤੇ ਇਹਦੇ ਲਈ ਕੀ ਹੈਗਾ, ਨਾ ਹੀ ਤਾਂ ਪ੍ਰੋਪਰ ਟਾਈਮ ਇਸ਼ੂਜ਼ ਨੇਗੇ, ਇੰਪਲੋਇਮੈਂਟ ਇਸ਼ੂਜ਼ ਨੇਗੇ, ਪ੍ਰੈਕਟੀਕਲ ਨੌਲੇਜ ਘੱਟ ਹੈ, ਥਿਓਰੈਟੀਕਲ ਨੌਲੇਜ ਜ਼ਿਆਦਾ ਦਿੱਤੀ ਜਾਂਦੀ ਹੈਗੀ। ਤਾਂ NPE ਵੱਲੋਂ ਕੁਛ ਕੁ ਰეკਮੈਂਡੇਸ਼ਨਸ ਦਿੱਤੀਆਂ ਗਈਆਂ ਇਸ ਚੀਜ਼ ਨੂੰ ਇੰਪਰੂਵ ਕਰਨ ਦੇ ਲਈ। ਪਹਿਲਾ ਸੀਗਾ ਡਿਵੈਲਪਮੈਂਟ ਆਫ ਆਟੋਨੋਮਸ ਕਾਲਜਿਸ ਐਂਡ ਡਿਪਾਰਟਮੈਂਟਸ, ਮੀਨਜ਼ ਸੈਲਫ ਫਾਈਨਾਂਸਡ ਕਾਲਜਿਸ ਨੂੰ ਜ਼ਿਆਦਾ ਤੋਂ ਜ਼ਿਆਦਾ ਡਿਵੈਲਪ ਕਰਨਾ, ਕੋਰਸਿਸ ਨੂੰ ਰੀਡਿਜ਼ਾਈਨ ਕਰਨਾ, ਟੀਚਰਸ ਨੂੰ ਪ੍ਰੋਪਰ ਟ੍ਰੇਨ ਕਰਨਾ, ਇਨਫਰਾਸਟਰਕਚਰ ਸ਼ੁੱਡ ਵੀ ਐਨਹਾਂਸਡ ਅਤੇ ਪ੍ਰੋਪਰ ਫੰਡਿੰਗ ਆਉਣੀ ਚਾਹੀਦੀ ਹੈਗੀ ਹਾਇਰ ਇੰਸਟੀਚਿਊਟਸ ਨੂੰ, ਅਤੇ ਰਿਸਰਚ ਨੂੰ ਸਟਰੈਂਥਨ ਕਰਨਾ। ਉਸ ਤੋਂ ਬਾਅਦ ਆ ਗਿਆ ਇਨੋਵੇਸ਼ਨ, ਰਿਸਰਚ ਐਂਡ ਡਿਵੈਲਪਮੈਂਟ। ਜਿਵੇਂ ਆਪਾਂ ਹਾਇਰ ਐਜੂਕੇਸ਼ਨ ਦੇ ਵਿੱਚ ਵੀ ਪੜ੍ਹਿਆ, ਰਿਸਰਚ ਨੂੰ ਸਟਰੈਂਥਨ ਕਰਨਾ। ਇਹ ਉਹੀ ਰਿਕਮੈਂਡੇਸ਼ਨ ਹੈ ਕਿ ਰਿਸਰਚ ਐਂਡ ਡਿਵੈਲਪਮੈਂਟ ਕਿੱਥੇ ਮਾਰ ਖਾ ਰਹੀ ਹੈ, ਉਹ ਫੰਡਿੰਗ 'ਚ ਹੀ ਮਾਰ ਖਾ ਰਹੀ ਹੈ। ਜੇਕਰ ਪ੍ਰੋਪਰ ਫੰਡਿੰਗ ਹੋਏਗੀ ਤਾਂ ਰਿਸਰਚ ਦਾ ਫੀਲਡ ਆਪਣੇ ਆਪ ਡਿਵੈਲਪ ਹੋਏਗਾ ਅਤੇ ਇਸ ਚੀਜ਼ ਦੀ ਰਿਕਮੈਂਡੇਸ਼ਨ NP 1986 ਵੱਲੋਂ ਦਿੱਤੀ ਗਈ ਸੀਗੀ। ਉਸ ਤੋਂ ਬਾਅਦ ਆ ਗਿਆ ਓਪਨ ਯੂਨੀਵਰਸਿਟੀਜ਼ ਐਂਡ ਡਿਸਟੈਂਸ ਲਰਨਿੰਗ। ਓਪਨ ਯੂਨੀਵਰਸਿਟੀ ਐਂਡ ਡਿਸਟੈਂਸ ਲਰਨਿੰਗ ਕੀ ਹੈ? ਓਪਨ ਯੂਨੀਵਰਸਿਟੀਜ਼ ਉਹ ਯੂਨੀਵਰਸਿਟੀਜ਼ ਨੇ ਜਿਹੜੀਆਂ ਕੋਰਸਿਸ ਨੂੰ ਥੋੜ੍ਹਾ ਜਿਹਾ ਲੂਜ਼ ਹੋ ਕੇ ਕਰਵਾਉਂਦੀਆਂ ਨੇ। ਮੀਨਸ ਜੇਕਰ ਤੁਸੀਂ ਕਿਸੇ ਕੋਰਸ ਦੇ ਵਿੱਚ ਅਨਲੱਕੀਲੀ ਤੁਸੀਂ ਨਹੀਂ ਪੇਪਰ ਦੇ ਸਕਦੇ ਤਾਂ ਤੁਸੀਂ ਉਹ ਪੇਪਰ ਅਗਲੇ ਸਾਲ ਦੇ ਸਕਦੇ ਹੋਗੇ। ਜਾਂ ਫਿਰ ਡਿਸਟੈਂਸ ਲਰਨਿੰਗ 'ਚ ਆ ਗਿਆ, ਤੁਸੀਂ ਘਰ ਬੈਠੇ ਬੈਠੇ ਆਪਣੀ ਡਿਗਰੀ ਕੰਪਲੀਟ ਕਰ ਸਕਦੇ ਹੋਗੇ। ਇਹਦੀ ਐਗਜ਼ਾਮਪਲ ਇਗਨੋ ਯੂਨੀਵਰਸਿਟੀ ਹੈਗੀ ਜੋ ਪੰਜਾਬ ਯੂਨੀਵਰਸਿਟੀ ਦੇ ਅੰਡਰ ਆ ਰਹੀ ਹੈਗੀ। 1985 ਦੇ ਵਿੱਚ ਇਹ ਯੂਨੀਵਰਸਿਟੀ ਐਸਟੈਬਲਿਸ਼ ਕੀਤੀ ਗਈ ਸੀ। ਇਹਦੇ ਅੰਡਰ ਬਹੁਤ ਸਾਰੇ ਕੋਰਸਿਸ ਰਨ ਕਰਦੇ ਨੇਗੇ ਅਤੇ ਉਸ ਟਾਈਮ 'ਤੇ 1984 ਦੀ ਪੋਲਿਸੀ ਦੇ ਅੰਡਰ ਓਪਨ ਯੂਨੀਵਰਸਿਟੀ ਅਤੇ ਡਿਸਟੈਂਸ ਲਰਨਿੰਗ ਨੂੰ ਪ੍ਰਮੋਟ ਕੀਤਾ ਗਿਆ ਤਾਂ ਕਿ ਹਰ ਕੋਈ ਫਾਰਮਲ ਐਜੂਕੇਸ਼ਨ ਨਹੀਂ ਲੈ ਸਕਦਾ ਸੀ। ਇਹ ਇੱਕ ਕਿਸਮ ਦਾ ਆਪਾਂ ਕਹਿ ਸਕਦੇ ਹਾਂ ਇਨਫੋਰਮਲ ਐਜੂਕੇਸ਼ਨ ਹੋ ਗਈ। ਜੋ ਕਾਲਜਿਸ ਦੇ ਵਿੱਚ ਜਾ ਕੇ ਐਜੂਕੇਸ਼ਨ ਨਹੀਂ ਲੈ ਸਕਦੇ ਤਾਂ ਉਹ ਘਰ ਬੈਠ ਕੇ ਆਪਣੀ ਸਿੱਖਿਆ ਨੂੰ ਪੂਰੀ ਕਰ ਸਕਦੇ ਨੇਗੇ। ਉਸ ਤੋਂ ਬਾਅਦ ਆ ਗਿਆ ਇਵੈਲੂਏਸ਼ਨ ਪ੍ਰੋਸੈਸ ਐਂਡ ਐਗਜ਼ਾਮੀਨੇਸ਼ਨ ਰਿਫੋਰਮਸ। ਸਭ ਤੋਂ ਪਹਿਲਾਂ NP 1984 ਨੇ ਜੋ ਆਪਣੇ ਐਗਜ਼ਿਸਟਿੰਗ ਉਸ ਟਾਈਮ 'ਤੇ ਐਗਜ਼ਾਮੀਨੇਸ਼ਨ ਸਿਸਟਮ ਦੇ ਵਿੱਚ ਕਮੀਆਂ ਸੀ ਉਹ ਦੱਸੀਆਂ। ਜਿਵੇਂ ਕਿ ਰੱਟਾਫਿਕੇਸ਼ਨ ਸੀਗਾ, ਪ੍ਰੋਪਰ ਜੋ ਸੀਗੀ ਇਵੈਲੂਏਸ਼ਨ ਨਹੀਂ ਹੁੰਦੀ ਸੀਗੀ, ਸਿਰਫ ਪੇਪਰ ਦੇ ਬੇਸ 'ਤੇ ਬੱਚਿਆਂ ਨੂੰ ਸਰਟੀਫਿਕੇਟਸ ਦਿੱਤੇ ਜਾਂਦੇ ਸੀਗੇ, ਕੋਈ ਪ੍ਰੋਪਰ ਸਰਟੀਫਿਕੇਸ਼ਨ ਨਹੀਂ ਸੀਗੀ। ਤਾਂ ਉਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੇ ਕੰਟੀਨਿਊਸ ਇੰਸਟੀਟਿਊਸ਼ਨਲ ਇਵੈਲੂਏਸ਼ਨ ਕਿਹਾ ਯੂਨੀਵਰਸਿਟੀ ਲੈਵਲ 'ਤੇ ਕਿ ਸਿਰਫ ਬੱਚਿਆਂ ਦੀ ਹੀ ਇਵੈਲੂਏਸ਼ਨ ਨਹੀਂ ਹੋਊਗੀ, ਸਕੂਲ ਕਾਲਜਿਸ ਇੰਸਟੀਚਿਊਟਸ ਦੀ ਵੀ ਇਵੈਲੂਏਸ਼ਨ ਹੋਊਗੀ। ਅਤੇ ਪ੍ਰੋਪਰ ਇਨੋਵੇਸ਼ਨ ਅਤੇ ਐਕਸਪੈਰੀਮੈਂਟਸ ਕੰਡਕਟ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਐਗਜ਼ਾਮੀਨੇਸ਼ਨ ਨੂੰ ਲੈ ਕੇ। ਲਾਈਕ ਕਿੱਦਾਂ ਦੇ ਕੁਐਸਚਨਸ ਆਪਾਂ ਪੁੱਟ ਕਰਨੇ ਨੇਗੇ, ਕਿੱਦਾਂ ਦੀ ਮਾਰਕਿੰਗ ਰੱਖਣੀ ਹੈਗੀ, ਐਵੇਂ ਦੇ ਕਿਹੜੇ ਸਟੈਪਸ ਲੈਣੇ ਚਾਹੀਦੇ ਆ ਤਾਂ ਕਿ ਆਪਾਂ ਚੀਟਿੰਗ ਨੂੰ ਜ਼ਿਆਦਾ ਤੋਂ ਜ਼ਿਆਦਾ ਰੋਕ ਸਕੀਏ ਜਾਂ ਕੋਈ ਵੀ ਅਨਫੇਅਰ ਮੀਨਸ ਜਿਹੜੇ ਬੱਚੇ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਯੂਜ਼ ਕਰਦੇ ਆ ਉਹਨਾਂ 'ਤੇ ਰੋਕ ਲਗਾ ਸਕੀਏ। ਅਤੇ ਉਸ ਤੋਂ ਪਹਿਲਾਂ ਟੀਚਰਸ ਨੂੰ ਅਸਿਸਟ ਕਰਨ ਦੇ ਲਈ ਜਾਂ ਪੇਪਰ ਸੈਟਰ ਨੇ ਜਿਨ੍ਹਾਂ ਨੇ ਪੇਪਰ ਸੈੱਟ ਕਰਨਾ ਉਹਨਾਂ ਨੂੰ ਅਸਿਸਟ ਕਰਨ ਦੇ ਲਈ ਕੁਐਸਚਨ ਬੈਂਕਸ ਵੀ ਬਣਾਉਣੇ ਚਾਹੀਦੇ ਨੇਗੇ। ਉਸ ਤੋਂ ਬਾਅਦ ਆ ਗਿਆ ਟੀਚਰ ਐਂਡ ਦੇਅਰ ਟ੍ਰੇਨਿੰਗ। ਇਹ ਵੀ ਇੱਕ ਮੇਜਰ ਰਿਕਮੈਂਡੇਸ਼ਨ ਸੀਗੀ, ਟੀਚਰ ਐਂਡ ਦੇਅਰ ਟ੍ਰੇਨਿੰਗ। ਇੰਪਰੂਵਮੈਂਟ ਇਨ ਲਿਵਿੰਗ ਐਂਡ ਵਰਕਿੰਗ ਸਰਵਿਸਿਜ਼ ਕੰਡੀਸ਼ਨਸ ਆਫ ਟੀਚਰ। ਉਸ ਟਾਈਮ 'ਤੇ 1984 ਦੇ ਵਿੱਚ ਟੀਚਰਸ ਦੀਆਂ ਵਰਕਿੰਗ ਕੰਡੀਸ਼ਨ ਜਾਂ ਸਰਵਿਸ ਕੰਡੀਸ਼ਨਸ ਇੰਨੀਆਂ ਵਧੀਆ ਨਹੀਂ ਸੀ ਤਾਂ ਉਹਨਾਂ ਨੂੰ ਇੰਪਰੂਵ ਕਰਨ ਦੀ ਗੱਲ ਕਹੀ ਗਈ ਅਤੇ ਉਹਨਾਂ ਦੇ ਲਈ ਵੈਰਾਇਟੀ ਆਫ ਕੋਰਸਿਸ ਡਿਵੈਲਪ ਕਰਨ ਦੀ ਗੱਲ ਕਹੀ ਗਈ ਤਾਂ ਕਿ ਉਹਨਾਂ ਦੀ ਪ੍ਰੋਫੈਸ਼ਨਲ ਗਰੋਥ ਹੋ ਸਕੇ, ਉਹ ਆਪਣੀ ਟੀਚਿੰਗ ਦੇ ਨਾਲ ਨਾਲ ਆਪਣੀ ਵੀ ਗਰੋਥ ਕਰ ਸਕਣ।
ਤੇ ਉਹੀ ਗੱਲ ਪ੍ਰੋਪਰ ਫੰਡਿੰਗ ਹੋਣੀ ਚਾਹੀਦੀ ਹੈ ਰੂਰਲ ਇੰਸਟੀਟਿਊਸ਼ਨਸ ਨੂੰ, ਤੇ ਸਾਇੰਸ ਐਂਡ ਟੈਕਨੋਲੋਜੀ ਨੂੰ ਸਟਰੈਂਥਨ ਕਰਨਾ ਸੀਗਾ। ਹਾਂਜੀ ਬੇਟਾ, ਅੱਜ ਆਪਾਂ NP 1984 ਦੀ ਪੋਲਿਸੀ ਕੰਪਲੀਟ ਕਰ ਰਹੀ ਹੈ। ਮੈਨੂੰ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਇਹ ਪੋਲਿਸੀ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ। ਇਸੇ ਤਰ੍ਹਾਂ ਦੀਆਂ ਹੋਰ ਤੁਹਾਡੇ ਟੌਪਿਕਸ ਨਾਲ ਰਿਲੇਟਡ ਵੀਡੀਓਜ਼ ਨੂੰ ਵੇਖਣ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਧੰਨਵਾਦ।